वाहेगुरु। साकत की ऐसी है रीत, जो किस करे सगल विपरीत। गुरु साहब जी कहते कि जो साकत है वो कौन है ते ਉਹਦੇ ਕੀ ਕੰਮ ਨੇ ਤੇ ਉਹਦਾ ਫਰਜ਼ ਸੀ ਜੋ ਕੀ ਕਰਨ ਦਾ ਸੀ ਤੇ ਉਹ ਮਨੁੱਖ ਕਰ ਕੀ ਰਿਹਾ ਹੈ। ਸੋ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਜੋ ਇਹ ਗੁਰਮਤਿ ਵਿਚਾਰਾ ਸੁਣ ਰਹੇ ਹੋ, ਗੁਰਬਾਣੀ ਜੀਵਨ ਫੇਸਬੁੱਕ ਪੇਜ ਤੇ ਗੁਰਬਾਣੀ ਜੀਵਨ YouTube ਚੈਨਲ ਤੇ ਇਹ ਗੁਰਬਾਣੀ ਦੀ ਜੋ ਵਿਚਾਰ ਹੈ ਆਪ ਜੀ ਸਰਵਣ ਕਰ ਰਹੇ ਹੋ। ਸੋ ਜੋ ਅੱਜ ਦਾ ਵਿਸ਼ਾ ਹੈ ਆਪਣਾ, ਉਹ ਗੁਰਬਾਣੀ ਦੇ ਵਿੱਚੋਂ ਆਪਾਂ ਦੇਖਣਾ ਹੈ ਜੀ ਕਿ ਗੁਰਬਾਣੀ ਦੇ ਵਿੱਚ ਜੋ ਸਾਕਤ ਮਨੁੱਖ ਬਾਰੇ ਆਇਆ ਹੈ ਉਹ ਅੱਜ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਕਿ ਸਾਕਤ ਮਨੁੱਖ ਕੌਣ ਹੈ ਤੇ ਗੁਰਬਾਣੀ ਦੇ ਵਿੱਚ ਉਸ ਬਾਰੇ, ਉਸ ਦੀ ਪਰਥਾਏ ਕੀ ਕੁਝ ਗੁਰੂ ਸਾਹਿਬ ਜੀ ਆਪਾਂ ਨੂੰ ਸਮਝਾ ਰਹੇ ਨੇ। ਸੋ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਜੀ। ਪਹਿਲਾਂ ਸਾਕਤ ਮਨੁੱਖ ਕਹਿੰਦੇ ਕਿਸ ਨੂੰ ਹਨ? ਗੁਰੂ ਸਾਹਿਬ ਜੀ ਕਹਿੰਦੇ, ਸਾਕਤ ਕੀ ਐਸੀ ਹੈ ਰੀਤ, ਜੋ ਕਿਸ ਕਰੈ ਸਗਲ ਵਿਪਰੀਤ। ਕਿ ਸਾਕਤ ਮਨੁੱਖ ਹੈ ਜੋ, ਉਸ ਦਾ ਸੁਭਾਅ ਇਹੋ ਜਿਹਾ ਹੈ ਕਿ ਉਹ ਜੋ ਵੀ ਉਸ ਦੇ ਕਰਮ ਨੇ, ਕੰਮ ਨੇ, ਉਹ ਉਲਟ ਨੇ। ਜੋ ਕਿਸ ਕਰੈ ਸਗਲ ਵਿਪਰੀਤ ਭਾਵ ਗੁਰੂ ਦੇ ਦੱਸੇ ਹੋਏ ਮਾਰਗ ਤੋਂ ਉਹ ਉਲਟ ਕੰਮ ਕਰਦਾ ਹੈ। ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਨਾਮ ਜਪੋ ਭਾਈ, ਝੂਠ ਨਾ ਬੋਲੋ, ਨਿੰਦਿਆ ਨਾ ਕਰੋ, ਚੁਗਲੀ ਨਾ ਕਰੋ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤ੍ਰਿਸ਼ਨਾ ਈਰਖਾ ਇਹ ਨਾ ਕਰੋ। ਪਰ ਜੋ ਸਾਕਤ ਮਨੁੱਖ ਹੈ ਉਹ ਇਸ ਦੇ ਉਲਟ ਕੰਮ ਕਰਦਾ ਹੈ। ਜੋ ਕਿਸ ਕਰੇ ਸੋਈ ਵਿਪਰੀਤ। ਵਿਪਰੀਤ ਦਾ ਭਾਵ ਹੈ ਉਲਟ ਕੰਮ ਕਰਨੇ। ਇਸ ਤਰ੍ਹਾਂ ਸਾਕਤ ਮਨੁੱਖ ਹੈ ਜੋ, ਉਹ ਜਿਹੜਾ ਗੁਰੂ ਸਾਹਿਬ ਦਾ ਮਾਰਗ ਹੈ, ਗੁਰਬਾਣੀ ਆਪਾਂ ਨੂੰ ਮਾਰਗ ਦੱਸਦੀ ਹੈ, ਉਸ ਦੇ ਉਲਟ ਕੰਮ ਕਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਸਵਾਸ ਸਵਾਸ ਉਸ ਪ੍ਰਮਾਤਮਾ ਦੇ ਨਾਲ ਜੁੜ, ਉਸ ਨੂੰ ਚੇਤੇ ਕਰ, ਉਸ ਦਾ ਨਾਮ ਜਪ। ਪਰ ਜੋ ਸਾਕਤ ਮਨੁੱਖ ਹੈ ਉਹ ਰੱਬ ਦੇ ਨੇੜੇ ਵੀ ਨਹੀਂ ਜਾਂਦਾ, ਸਤ ਸੰਗਤ ਦੇ ਨੇੜੇ ਵੀ ਨਹੀਂ ਜਾ ਸਕਦਾ ਹੈ। ਪਰ ਉਹ ਮਾੜੀ ਸੰਗਤ ਦੇ ਵਿੱਚ ਜਾਵੇਗਾ ਕਿਉਂਕਿ ਕੰਮ ਉਲਟ ਨੇ ਭਾਈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਹੋਰ ਪ੍ਰਮਾਣ ਨੇ, ਸੋ ਆਪਾਂ ਉਹਨਾਂ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੀ। ਕਿ ਸਾਕਤ ਮਨੁੱਖ ਨੂੰ ਹਰੀ ਦੇ ਰਸ ਦਾ, ਕਿਉਂਕਿ ਹਰੀ ਦੇ ਨਾਲ ਉਹ ਮਨੁੱਖ ਜੁੜਿਆ ਹੀ ਨਹੀਂ, ਉਸ ਪਰਮਾਤਮਾ ਦੇ ਨਾਲ ਉਸ ਦੀ ਪ੍ਰੀਤੀ ਲੱਗੀ ਹੀ ਨਹੀਂ, ਉਸ ਦੇ ਨਾਲ ਉਸ ਦੀ ਤਾਰ ਜੁੜੀ ਹੀ ਨਹੀਂ। ਇਸ ਕਰਕੇ ਉਹਨੂੰ ਹਰੀ ਦੇ ਨਾਮ ਦਾ ਸਵਾਦ ਹੀ ਨਹੀਂ ਆਇਆ। ਉਸ ਨੂੰ ਮਾਇਆ ਦੇ ਵਿੱਚੋਂ ਸਵਾਦ ਆਉਂਦਾ ਹੈ, ਮਾਇਆ ਇਕੱਤਰ ਕਰਦਾ ਹੈ। ਅੱਗੇ ਗੁਰੂ ਸਾਹਿਬ ਜੀ ਇਹ ਸਭ ਪ੍ਰਮਾਣ ਜੋ ਬਾਣੀ ਦੇ ਵਿੱਚ ਉਚਾਰਨ ਕਰਦੇ ਨੇ ਉਹ ਸਭ ਵਿਚਾਰਾਂਗੇ। ਗੁਰੂ ਸਾਹਿਬ ਕਹਿੰਦੇ, ਸਾਕਤ ਨੂੰ ਹਰੀ ਦੇ ਨਾਮ ਦਾ ਰਸ ਹੀ ਨਹੀਂ ਆਇਆ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਕਿਉਂਕਿ ਉਸ ਨੂੰ ਲੱਗਦਾ ਹੈ, ਆਪਣੇ ਹੰਕਾਰ ਕਰਕੇ ਲੱਗਦਾ ਹੈ ਕਿ ਜੋ ਕੁਝ ਵੀ ਹਾਂ ਉਹ ਮੈਂ ਹਾਂ ਤੇ ਮੈਂ ਹੀ ਕਰ ਰਿਹਾ ਹਾਂ। ਕਿਉਂਕਿ ਅੰਦਰ ਹਉਮੈ ਦਾ ਕੰਡਾ ਹੈ ਤੇ ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ, ਜਮਕਾਲ ਸਹੈਸਰ ਡੰਡਾ ਹੈ। ਇੱਥੇ ਗੁਰੂ ਸਾਹਿਬ ਜੀ ਦੀ ਅਟੱਲ ਬਾਣੀ ਹੈ, ਅਟੱਲ ਸੱਚਾਈ ਹੈ। ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਇਹ ਜਿਹੜਾ ਹਉਮੈ ਦਾ ਕੰਡਾ ਹੈ, ਜਿਉਂ ਜਿਉਂ ਉਸਨੇ ਆਪਣੇ ਜੀਵਨ ਦੇ ਮਾਰਗ 'ਤੇ ਚੱਲਣਾ ਹੈ, ਤਿਉਂ ਤਿਉਂ ਇਹ ਚੁਭੇਗਾ ਤੇ ਚੁਭੇਗਾ ਤੇ ਜਮਕਾਲ ਭਾਵ ਜਮਾਂ ਦਾ ਡੰਡਾ, ਜਮਦੂਤ, ਧਰਮਰਾਜ। ਕਿਉਂਕਿ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ
ਧਰਮ ਰਾਜ ਬਾਰੇ ਬਹੁਤ ਵਿਆਖਿਆ ਕੀਤੀ ਗਈ ਹੈ। ਉਹ ਆਪਾਂ ਅੱਗੇ ਕਿਸੇ ਹੋਰ ਵੀਡੀਓ ਦੇ ਵਿੱਚ ਉਸ ਦੀ ਵੀ ਵਿਚਾਰ ਖੁੱਲ੍ਹ ਕੇ ਕਰਾਂਗੇ। ਸੋ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਜਮਕਾਲ ਸਹਿ ਸਿਰ ਡੰਡਾ ਹੈ। ਭਾਈ ਜਮਨ ਦੇ ਕਾਲ ਦਾ ਡੰਡਾ ਹੈ, ਜੋ ਜਮਦੂਤ ਦਾ ਡੰਡਾ ਹੈ, ਉਹ ਸਿਰ ਦੇ ਵਿੱਚ ਸਹਿਣਾ ਪਵੇਗਾ। ਕਿਉਂ? ਕਿਉਂਕਿ ਹਉਮੈ ਹੈ। ਜਿੱਥੇ ਹਉਮੈ ਆ ਗਈ ਉੱਥੇ ਪ੍ਰਮਾਤਮਾ ਦਾ ਨਾਮ ਭਾਈ ਚਲਾ ਜਾਂਦਾ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਇਹ ਦੋਨੇ ਚੀਜ਼ਾਂ ਇੱਕ ਥਾਂ ਤੇ ਨਹੀਂ ਰਹਿ ਸਕਦੀਆਂ। ਜਿੱਥੇ ਹਉਮੈ ਹੈ ਉੱਥੇ ਪ੍ਰਮਾਤਮਾ ਦਾ ਨਾਮ ਨਹੀਂ ਹੋਵੇਗਾ। ਜਿੱਥੇ ਪ੍ਰਮਾਤਮਾ ਦਾ ਨਾਮ ਆ ਗਿਆ, ਜਿੱਥੇ ਉਹਦੀ ਯਾਦ ਆ ਗਈ, ਉੱਥੇ ਜਿਹੜਾ ਹਉਮੈ ਹੈ ਉਹ ਚਲੀ ਜਾਂਦੀ ਹੈ। ਸੋ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਜਿਉਂ-ਜਿਉਂ ਭਾਈ ਅੱਗੇ ਚੱਲਦਾ ਹੈ ਤਿਉਂ-ਤਿਉਂ ਉਸਨੂੰ ਜਮਾਂ ਦਾ ਡੰਡ ਸਹਾਰਨਾ ਪੈਂਦਾ ਹੈ। ਸਾਕਤ ਮਨੁੱਖ ਭਾਵ ਰੱਬ ਤੋਂ ਟੁੱਟਿਆ ਹੋਇਆ ਮਨੁੱਖ, ਜਿਹੜਾ ਪ੍ਰਮਾਤਮਾ ਗੁਰੂ ਸਾਹਿਬ ਦੇ ਬਾਣੀ ਨਹੀਂ ਪੜ੍ਹਦਾ, ਨੇੜੇ ਨਹੀਂ ਆਉਂਦਾ, ਗੁਰੂ ਦੀਆਂ ਗੱਲਾਂ ਪ੍ਰਮਾਤਮਾ ਦੀਆਂ ਉਸਤਤ ਬੜਾਈਆਂ ਨਹੀਂ ਕਰਦਾ, ਉਹ ਮਨੁੱਖ ਸਾਕਤ ਹੈ, ਜੋ ਉਲਟ ਕੰਮ ਕਰਦਾ ਹੈ ਗੁਰੂ ਦੇ। ਸਾਕਤ ਦਾ ਇੱਕ ਹੋਰ ਵੀ ਸੁਭਾਅ ਹੈ। ਗੁਰੂ ਸਾਹਿਬ ਕਹਿੰਦੇ ਸਾਬਦ ਨਾ ਭੀਜੈ ਸਾਕਤਾ, ਦੁਰਮਤ ਆਵਣ ਜਾਣ। ਗੁਰੂ ਸਾਹਿਬ ਕਹਿੰਦੇ ਉਹ ਭਾਈ ਸ਼ਬਦ ਦੇ ਵਿੱਚ ਨਹੀਂ ਭਿੱਜਦਾ। ਸ਼ਬਦ ਕੀ ਹੈ? ਗੁਰੂ ਦਾ ਸ਼ਬਦ। ਗੁਰੂ ਦੇ ਸ਼ਬਦ ਦੇ ਵਿੱਚ ਉਸ ਦੀ ਰੁਚੀ ਹੀ ਨਹੀਂ ਬਣਦੀ। ਗੁਰੂ ਦਾ ਸ਼ਬਦ ਉਸਨੂੰ ਚੰਗਾ ਹੀ ਨਹੀਂ ਲੱਗਦਾ। ਪਰ ਦੁਰਮਤ ਆਵਣ ਜਾਣ, ਪਰ ਜਿਹੜੇ ਮਾੜੇ ਕੰਮ ਨੇ ਉਧਰ ਉਹਦਾ ਗੇੜ ਬਣਿਆ ਰਹਿੰਦਾ ਹੈ। ਦੁਰਮਤ ਆਵਣ ਜਾਣ, ਇੱਥੇ ਇਹ ਵੀ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਕਿ ਉਹ ਦੁਰਮਤ ਦੇ ਕੰਮ ਕਰਨ ਕਰਕੇ ਉਸ ਦੇ ਉੱਤੇ ਜੋ ਜਨਮ ਮਰਨ ਦਾ ਗੇੜ ਹੈ ਉਹ ਬਣਿਆ ਰਹਿੰਦਾ ਹੈ। ਦੁਰਮਤ ਭਾਵ ਬੁਰੀ ਮਤ, ਭੈੜੀ ਮਤ। ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ। ਪਰ ਜੇ ਸਾਧੂ ਸਤਿਗੁਰ ਮਿਲ ਜਾਵੇ, ਭਾਵ ਗੁਰੂ ਮਿਲ ਜਾਵੇ, ਗੁਰੂ ਕੌਣ ਹੈ? ਬਾਣੀ ਗੁਰੂ। ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਆਪਣਾ ਗੁਰੂ ਕੌਣ ਹੈ? ਸ਼ਬਦ। ਸ਼ਬਦ ਕੀ ਹੈ? ਗੁਰਬਾਣੀ। ਬਾਣੀ ਗੁਰੂ। ਉਹ ਸਤਿਗੁਰੂ ਭਾਵ ਉਹ ਬਾਣੀ ਦੇ ਜੇ ਪੱਲੇ ਦੇ ਨਾਲ ਲੱਗ ਜਾਵੇ, ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ। ਤਾਂ ਉਹ ਗੁਣਾਂ ਦਾ ਖਜ਼ਾਨਾ ਪ੍ਰਮਾਤਮਾ ਹੈ, ਜੋ ਅਸੀਮ ਗੁਣਾਂ ਦਾ ਖਜ਼ਾਨਾ ਹੈ, ਜਿਸ ਤੋਂ ਸਾਰੇ ਗੁਣ ਮਿਲਦੇ ਨੇ। ਜਦੋਂ ਆਪਾਂ ਪ੍ਰਮਾਤਮਾ ਦੇ ਨਾਲ ਜੁੜਦੇ ਹਾਂ, ਪ੍ਰਮਾਤਮਾ ਦੀ ਵਿਚਾਰ ਦੇ ਨਾਲ ਜੁੜਦੇ ਹਾਂ, ਤਾਂ ਉਹ ਜਿਹੜੇ ਪ੍ਰਮਾਤਮਾ ਦੇ ਗੁਣ ਨੇ, ਨਿਮਰਤਾ, ਦਇਆ, ਧੀਰਜ, ਸਬਰ, ਸੰਤੋਖ, ਸੀਲ, ਸੰਜਮ, ਉਹ ਜਿੰਨੇ ਵੀ ਗੁਣ ਨੇ ਉਹ ਸਾਰੇ ਗੁਣ ਮਨੁੱਖ ਦੇ ਅੰਦਰ ਆ ਜਾਂਦੇ ਨੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਇੱਥੇ ਸਾਕਤ ਮਨੁੱਖ ਬਾਰੇ ਦੱਸ ਰਹੇ ਨੇ। ਪਰ ਸਾਕਤ ਮਨੁੱਖ ਐਸਾ ਹੈ ਕਿ ਸਾਕਤ ਸੱਚ ਨਾ ਭਾਵਈ। ਸਾਕਤ ਨੂੰ ਸੱਚ ਚੰਗਾ ਹੀ ਨਹੀਂ ਲੱਗਦਾ। ਕੂੜੇ ਕੂੜੀ ਪਾਏ, ਉਹ ਫਿਰ ਉਹ ਜੇ ਕਈ ਵਾਰ ਵਗ ਵੀ ਜਾਵੇ ਸਤ ਸੰਗਤ ਦੇ ਵਿੱਚ, ਉਹਨੂੰ ਚੰਗਾ ਨਹੀਂ ਲੱਗਦਾ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੁੜਿਆਰ ਕੁੜਿਆਰੀ ਜਾਏ ਰਲੇ। ਉਹ ਪਰ ਕੁੜਿਆਰ ਨੇ ਜੋ, ਸੋ ਸਾਕਤ ਮਨੁੱਖ ਨੇ, ਉਹ ਦੁਬਾਰੇ ਉਹੀ ਝੂਠ ਦੇ ਵਿੱਚ, ਕੂੜ ਕੀ ਹੁੰਦਾ ਹੈ? ਝੂਠ। ਉਹ ਝੂਠੇ ਜੀਵਨ ਦੇ ਵਿੱਚ ਚਲੇ ਜਾਂਦੇ ਨੇ, ਕਿਉਂਕਿ ਸੱਚ ਤਾਂ ਇੱਕ ਪ੍ਰਮਾਤਮਾ ਦਾ ਨਾਮ ਹੀ ਹੈ। ਇਹ ਜੀਵਨ, ਇਹ ਧਰਤੀ, ਇਹ ਸਰੀਰ, ਇਹ ਝੂਠ ਨੇ, ਕਿਉਂਕਿ ਸਦਾ ਨਹੀਂ ਰਹਿਣ ਵਾਲੇ। ਜੋ ਚੀਜ਼ ਸਦਾ ਨਹੀਂ ਰਹਿੰਦੀ ਉਹ ਝੂਠ ਹੁੰਦੀ ਹੈ। ਜੋ ਸਦਾ ਵਾਸਤੇ ਸੱਚ ਹੈ ਉਹ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਹੈ ਪ੍ਰਮਾਤਮਾ ਦਾ ਨਾਮ। ਜਦੋਂ ਇੱਥੇ ਕੁਝ ਵੀ ਨਹੀਂ ਸੀ ਬਣਿਆ, ਉਹ ਪ੍ਰਮਾਤਮਾ ਉਦੋਂ ਵੀ ਸੱਚ ਸੀ। ਜਦੋਂ ਇਹ ਯੁੱਗ ਬਣੇ, ਧਰਤੀ ਬਣੀ, ਸਭ ਕੁਝ ਬਣਿਆ, ਉਦੋਂ ਵੀ ਪ੍ਰਮਾਤਮਾ ਜੁਗਾਦ ਸੱਚ, ਉਦੋਂ ਵੀ ਸੱਚ ਸੀ। ਹੈ ਭੀ ਸੱਚ, ਹੁਣ ਵੀ ਸੱਚ ਹੈ। ਨਾਨਕ ਹੋਸੀ ਭੀ ਸੱਚ, ਤੇ ਅੱਗੇ ਵੀ ਸੱਚ ਰਹੇਗਾ। ਉਹ ਸੱਚ ਦੇ ਨਾਲ ਜੁੜਾਂਗੇ ਤਾਂ ਸੱਚੇ ਸਚਿਆਰ ਹੋ ਜਾਵਾਂਗੇ, ਸਦਾ ਵਾਸਤੇ ਅਮਰ ਹੋ ਜਾਵਾਂਗੇ। ਪਰ ਜੇ ਕੁੜਿਆਰ ਝੂਠ ਦੇ ਨਾਲ ਜੁੜਾਂਗੇ, ਕਿਉਂਕਿ ਆਸਾ ਦੀ ਵਾਰ ਦੇ ਵਿੱਚ ਮਹਾਰਾਜ ਕਹਿੰਦੇ ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਕੂੜੈ ਨਿਹ ਲੱਗਾ ਵਿਸਰਿਆ ਕਰਤਾਰ। ਇਸ ਭਾਈ ਝੂਠੇ ਸੰਸਾਰ ਦੇ ਨਾਲ ਜਦੋਂ ਮਨੁੱਖ ਦਾ
ਪਿਆਰ ਪੈ ਜਾਂਦਾ ਹੈ, ਮੋਹ ਪੈ ਜਾਂਦਾ ਹੈ, ਤੇ ਉਹ ਪ੍ਰਮਾਤਮਾ ਦਾ ਨਾਮ ਸੱਚਾ ਸੀ ਜੋ ਉਹ ਵਿਸਰ ਜਾਂਦਾ ਹੈ। ਇਸ ਕਰਕੇ ਗੁਰੂ ਦੇ ਪੱਲੇ ਦੇ ਨਾਲ ਜੁੜ ਕੇ ਰਹਿਣਾ ਹੈ, ਕਿਉਂਕਿ ਜਿਹੜੇ ਦਾਣੇ ਚੱਕੀ ਦੇ ਪੁੜ ਦੇ ਵਿੱਚ ਜਦੋਂ ਪਾਉਂਦੇ ਹਾਂ, ਜਿਹੜੇ ਕਿੱਲੀ ਦੇ ਨਾਲ ਲੱਗੇ ਰਹਿ ਜਾਂਦੇ ਨੇ, ਭਾਵ ਆਪਣੇ ਮੂਲ ਦੇ ਨਾਲ, ਸੈਂਟਰ ਦੇ ਨਾਲ ਜੁੜੇ ਰਹਿ ਜਾਂਦੇ ਨੇ, ਉਹ ਬਚ ਰਹਿੰਦੇ ਨੇ। ਜੋ ਟੁੱਟ ਕੇ ਅੱਗੇ ਚਲੇ ਜਾਂਦੇ ਨੇ ਉਹ ਦਰੜੇ ਜਾਂਦੇ ਨੇ। ਇਸ ਤਰ੍ਹਾਂ ਹੀ ਹੈ, ਜਿੰਨਾ ਚਿਰ ਆਪਾਂ ਪ੍ਰਮਾਤਮਾ ਦੇ ਨਾਲ ਜੁੜ ਕੇ ਰਹਾਂਗੇ ਆਪਾਂ ਬਚੇ ਰਹਾਂਗੇ, ਤੇ ਜਦੋਂ ਪ੍ਰਮਾਤਮਾ ਦੇ ਪੱਲੇ ਦੇ ਨਾਲੋਂ ਹੱਥ ਛਡਾ ਲਵਾਂਗੇ ਤਾਂ ਜੋ ਦਾਣਿਆਂ ਦਾ ਹਾਲ ਹੁੰਦਾ ਹੈ ਉਹੀ ਮਨੁੱਖ ਦਾ ਹਾਲ ਹੁੰਦਾ ਹੈ, ਕਿਉਂਕਿ ਜਮਦੂਤ ਹੈ। ਗੁਰੂ ਸਾਹਿਬ ਕਹਿੰਦੇ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਉਹ ਭਾਈ ਸਹਿਆ ਨਹੀਂ ਜਾਂਦਾ ਬਹੁਤ, ਕਿਉਂਕਿ ਜਨਮਾਂ ਦਾ ਲੰਬਾ ਗੇੜ ਪੈ ਜਾਂਦਾ ਹੈ, ਮਨੁੱਖ ਦੇ ਵੱਸ ਨਹੀਂ ਰਹਿੰਦਾ। ਇਹ ਮਨੁੱਖਾ ਜਨਮ ਸੀ ਜੋ ਵਾਰੀ ਸੀ, ਜਿਸ ਦੇ ਵਿੱਚ ਆ ਕੇ ਮਨੁੱਖ ਨੇ ਉਸ ਪ੍ਰਮਾਤਮਾ ਦੇ ਨਾਲ ਜੁੜਨਾ ਸੀ, ਗੁਣ ਗਾਉਣੇ ਸਨ। ਕਿਉਂਕਿ ਆਇਓ ਪੜ੍ਹਨ ਸੁਣਨ ਕੋ ਬਾਣੀ, ਇੱਥੇ ਬਾਣੀ ਨੂੰ ਪੜ੍ਹਨ ਸੁਣਨ ਵਾਸਤੇ ਆਏ ਸੀ ਆਪਾਂ। ਤੇ ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ, ਤੇ ਜਨਮ ਬਿਰਥਾ ਚਲਾ ਗਿਆ। ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਤੇਰੀ ਵਰੀ। ਇਹ ਬਾਰੀ ਸੀ ਤੇਰੀ ਗੋਬਿੰਦ ਨੂੰ ਮਿਲਣ ਦੀ। ਸੋ ਇਸ ਕਰਕੇ ਭਾਈ ਆਪਾਂ ਗੁਰੂ ਦੇ ਨਾਲ ਜੁੜਨਾ ਹੈ, ਤੇ ਜਿਸ ਤਰ੍ਹਾਂ ਗੁਰਬਾਣੀ ਜੀਵਨ, ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਵੀ ਬਣਾਉਣਾ ਹੈ। ਉਸ ਨੂੰ ਸੱਚ ਚੰਗਾ ਨਹੀਂ ਲੱਗਦਾ। ਗੁਰੂ ਸਾਹਿਬ ਕਹਿੰਦੇ ਸੱਚ ਰਤੇ ਗੁਰ ਮੇਲੇ ਹੈ, ਸੱਚੇ ਸੱਚ ਸਮਾਏ। ਜੋ ਸੱਚੇ ਗੁਰੂ ਦੇ ਨਾਲ ਜੁੜ ਗਏ ਤੇ ਉਹ ਸੱਚ ਦੇ ਵਿੱਚ ਸਮਾ ਗਏ ਭਾਈ। ਜੋ ਸਾਕਤ ਹੈ, ਸਾਕ ਨਿਰਗੁਣ ਆ ਰਿਹਾ ਸਾਕਤ ਹੈ ਜੋ, ਇੱਥੇ ਗੁਰੂ ਸਾਹਿਬ ਨੇ ਸਾਕਤ ਦੇ ਪ੍ਰਥਾਏ ਜੋ ਸ਼ਬਦ ਲਿਖੇ ਨੇ ਗੁਰਬਾਣੀ ਦੇ ਵਿੱਚ, ਬਹੁਤ ਸ਼ਬਦ ਨੇ। ਆਪਾਂ ਤਾਂ ਇੱਕ ਤੁਸ ਮਾਤਰ ਵਿਚਾਰ ਕਰ ਰਹੇ ਹਾਂ ਕਿ ਸਾਕਤ ਨਿਰਗੁਣ ਆ ਰਿਹਾ, ਆਪਣਾ ਮੂਲ ਪਛਾਣ। ਗੁਰੂ ਸਾਹਿਬ ਕਹਿੰਦੇ ਭਾਈ ਸਾਕਤ ਮਨੁੱਖ ਨੂੰ ਸਮਝਾ ਰਹੇ ਨੇ ਕਿ ਇਹ ਮਨੁੱਖ, ਜੋ ਤੂੰ ਮਾਇਆ ਦੇ ਕਰਮ ਕਰਕੇ, ਮਾਇਆ ਦੇ ਮੋਹ ਕਰਕੇ ਆਪਣਾ ਜੀਵਨ ਹੈ ਜੋ ਉਹ ਅਜਾਈਂ ਲੰਘਾ ਰਿਹਾ ਹੈ, ਉਸ ਨੂੰ ਸਮਝਾ ਰਹੇ ਨੇ। ਗੁਰੂ ਸਾਹਿਬ ਕਹਿੰਦੇ ਆਪਣਾ ਮੂਲ ਪਛਾਣ। ਆਪਣਾ ਮੂਲ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਤੂੰ ਪ੍ਰਮਾਤਮਾ ਦੀ ਜੋਤ ਹੈ, ਪ੍ਰਮਾਤਮਾ ਦਾ ਅੰਸ਼ ਹੈ। ਤੂੰ ਆਪਣਾ ਮੂਲ ਪਛਾਣ ਕਿ ਤੂੰ ਮੂਲ ਹੈ, ਤੂੰ ਕਿੱਥੋਂ ਆਇਆ ਹੈ ਤੇ ਤੂੰ ਕਿੱਥੇ ਜਾਣਾ ਹੈ, ਤੇਰੀ ਯਾਤਰਾ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਖਤਮ ਹੋਣੀ ਹੈ। ਕਿ ਪ੍ਰਮਾਤਮਾ ਤੋਂ ਆਪਾਂ ਟੁੱਟੇ ਹਾਂ ਤੇ ਪ੍ਰਮਾਤਮਾ ਦੇ ਵਿੱਚ ਹੀ ਮੇਲ ਆਪ ਹੋ ਜਾਣਾ ਹੈ, ਫਿਰ ਯਾਤਰਾ ਸਫਲ ਹੋ ਜਾਵੇਗੀ। ਤੂੰ ਇਸ ਧਰਤੀ ਉੱਪਰ ਕਰਨ ਕੀ ਆਇਆ ਹੈ? ਤੇਰਾ ਮਕਸਦ ਕੀ ਹੈ? ਤੂੰ ਕਿਸ ਕਰਕੇ, ਕੀ ਤੂੰ ਇੱਥੇ ਕੰਮ ਧੰਦੇ ਕਰਕੇ ਬੱਚੇ ਪਾਲਣ ਆਇਆ ਹੈ? ਬੱਚੇ ਤਾਂ ਜੀਵ ਜੰਤੂ ਸਭ ਪਾਲਦੇ ਨੇ, ਪਰ ਤੇਰਾ ਵੱਖਰੇਵਾਂ ਕੀ ਹੈ ਉਹਨਾਂ ਨੂੰ? ਤੇਰਾ ਫਰਕ ਕੀ ਹੈ? ਕਿਉਂਕਿ ਤੈਨੂੰ ਮਨੁੱਖ ਨੂੰ ਪ੍ਰਮਾਤਮਾ ਨੇ ਜ਼ੁਬਾਨ ਦਿੱਤੀ ਹੈ ਕਿ ਨਾਮ ਜਪ ਸਕੇ, ਕੰਨ ਦਿੱਤੇ ਨੇ ਕਿ ਬਾਣੀ ਸੁਣ ਸਕੇ, ਹੱਥ ਦਿੱਤੇ ਨੇ ਕਿ ਸੇਵਾ ਕਰ ਸਕੇ, ਪੈਰ ਦਿੱਤੇ ਨੇ ਕਿ ਚੰਗੇ ਰਾਹ 'ਤੇ ਚੱਲ ਸਕੇ। ਇਸ ਤਰ੍ਹਾਂ ਤੂੰ ਆਪਣਾ ਮੂਲ ਪਛਾਣ ਕਿ ਤੇਰਾ ਮੂਲ ਪ੍ਰਮਾਤਮਾ ਹੈ। ਤੂੰ ਪ੍ਰਮਾਤਮਾ ਦੀ ਅੰਸ਼ ਹੈ ਤੇ ਪ੍ਰਮਾਤਮਾ ਦੇ ਵਿੱਚ ਹੀ ਅਲੋਪ ਹੋਣਾ ਹੈ, ਪ੍ਰਮਾਤਮਾ ਦੇ ਵਿੱਚ ਹੀ ਰਲ ਜਾਣਾ ਹੈ। ਇਹ ਤੈਨੂੰ ਬਾਰੀ ਮਿਲੀ ਹੈ। ਗੁਰੂ ਸਾਹਿਬ ਕਹਿੰਦੇ ਸਾਕਤ ਨਿਰਗੁਣ ਆ ਰਿਹਾ, ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ। ਪਰ ਇਹ ਸਰੀਰ ਸੀ ਜਿਹੜਾ, ਤੂੰ ਇਸ ਨੂੰ ਸੱਚ ਸਮਝ ਕੇ ਬਹਿ ਗਿਆ ਕਿ ਮੈਂ ਸਰੀਰ ਹੀ ਹਾਂ। ਇਹ ਕੀ ਸੀ? ਇਹ ਸੀ ਰਕਤ ਬਿੰਦ ਕਾ ਇਹ ਤਨੋ। ਇਹ ਤਾਂ ਰਕਤ ਤੇ ਬਿੰਦ ਦੇ ਨਾਲ, ਮਾਤਾ ਤੇ ਪਿਤਾ ਦੇ ਸੰਯੋਗ ਦੇ ਨਾਲ ਇਹ ਤਨ ਬਣ ਗਿਆ। ਰਕਤ ਬਿੰਦ ਕਾ ਇਹ ਤਨੋ, ਅਗਨੀ ਪਾਸ ਪ੍ਰਾਣ। ਇਹਦੀ ਯਾਤਰਾ ਤਾਂ ਭਾਈ ਅੱਗ ਤੱਕ ਹੀ ਹੈ, ਕਿਉਂਕਿ ਜਦੋਂ ਸਰੀਰ ਮਰ ਜਾਂਦਾ ਹੈ ਤਾਂ ਅਗਨ ਭੇਟ ਕੀਤਾ ਜਾਂਦਾ ਹੈ। ਪਵਨੈ ਕੈ ਬਸ ਦੇਹੁਰੀ, ਮਸਤਕ ਸੱਚ ਨਿਸ਼ਾਨ। ਇਹ ਸਵਾਸਾਂ ਦੇ ਆਸਰੇ ਤੇ ਤੇਰਾ ਸਰੀਰ ਹੈ। ਪਵਨੈ ਕੈ ਬਸ ਦੇਹੁਰੀ, ਇਹ ਪਵਨ ਕਰਕੇ ਤੇਰੀ ਦੇਹੀ ਹੈ ਜੋ ਚੱਲ ਰਹੀ ਹੈ। ਥੋੜ੍ਹਾ ਕੁ ਸਮਾਂ ਵੀ ਹਵਾ ਨਾ ਆਵੇ ਜਾਂ ਸਾਹ ਨਾ ਆਵੇ ਤਾਂ ਸਰੀਰ ਖਤਮ ਹੋ ਜਾਂਦਾ ਹੈ। ਮਸਤਕ ਸੱਚ ਨਿਸ਼ਾਨ। ਪਰ ਤੇਰੇ ਇਹ ਸੱਚ ਹੈ ਕਿ ਤੇਰੇ ਮਸਤਕ ਦੇ ਉੱਤੇ ਜਿੰਨੇ ਤੇਰੇ ਸਵਾਸ ਲਿਖੇ ਉਹਨਾਂ ਚਿਰ ਤੂੰ ਰਹਿਣਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਭਾਈ ਇਹ ਸਰੀਰ ਦੇ ਨਾਲ ਇਹ ਸੱਚ ਨਾ ਸਮਝ ਲਈ, ਇਹ ਸਰੀਰ ਵੀ ਝੂਠ ਹੈ, ਇਸਨੇ ਚੱਲ ਜਾਣਾ ਹੈ। ਕੋਈ ਸਾਖਤ ਮਨੁੱਖ ਹੈ,
ਉਹ ਸਮਝਦਾ ਹੈ ਕਿ ਮੈਂ ਬਲਵਾਨ ਹਾਂ, ਮੈਂ ਜਵਾਨ ਹਾਂ, ਮੇਰੀ ਬਾਦਸ਼ਾਹੀ ਹੈ, ਮੇਰਾ ਸਿੱਕਾ ਚੱਲਦਾ ਹੈ। ਪਰ ਨਹੀਂ, ਗੁਰੂ ਸਾਹਿਬ ਕਹਿੰਦੇ ਇਹ ਭਾਈ ਝੂਠ ਦੀ ਦੇਹੀ ਹੈ ਜਿਸ ਤੇ ਤੂੰ ਹਉਮੈ ਕਰਦਾ ਹੈ, ਤੇਰੇ ਅੰਦਰ ਹਉਮੈ ਦਾ ਕੰਡਾ ਹੈ। ਪਰ ਸਾਖਤ ਦਾ ਇੱਕ ਹੋਰ ਵੀ ਸੁਭਾਅ ਹੁੰਦਾ ਹੈ, ਕਿਉਂਕਿ ਗੁਰੂ ਸਾਹਿਬ ਕਹਿੰਦੇ ਸਾਖਤ ਸੰਗ ਬਿਕਰਮ ਕਮਾਏ। ਪਰਮਾਤਮਾ ਨੂੰ ਟੁੱਟੇ ਹੋਏ ਬੰਦਿਆਂ ਨਾਲ ਰਲ ਕੇ ਉਹ ਮੰਦੇ ਕੰਮ ਕਰਦਾ ਹੈ। ਕਿਉਂਕਿ ਅੱਜ ਵੀ ਸੰਸਾਰ ਦੇ ਵਿੱਚ ਦੇਖਦੇ ਹਾਂ ਕਿ ਮਾੜੀ ਸੰਗਤ ਦੇ ਵਿੱਚ ਪੈ ਕੇ ਮਨੁੱਖ ਨਸ਼ੇ ਵਿਸੇ ਵਿਕਾਰ ਭੋਗਦਾ ਹੈ, ਕੁਸੰਗਤ ਦੇ ਵਿੱਚ ਪੈ ਕੇ। ਸਾਖਤ ਸੰਗ ਬਿਕਰਮ ਕਮਾਏ, ਪਰ ਉਹਨੇ ਕੀ ਕੀਤਾ? ਦੁਰਲਭ ਦੇਹ ਖੋਈ ਅਗਿਆਨੀ। ਇਹ ਅੱਗੇ ਵੀ ਪਹਿਲਾਂ ਆਪਾਂ ਗੱਲ ਕਰਕੇ ਆਏ ਕਿ ਦੁਰਲਭ ਦੇਹ ਹੈ, ਕਿਉਂਕਿ ਮਾਨੁਖ ਜਨਮ ਦੁਰਲਭ ਹੈ, ਹੋਏ ਨਾ ਬਾਰੰਬਾਰ। ਜਿਉਂ ਬਨ ਫਲ ਪਾਂਕੇ ਭੋਏ ਗਿਰੈ, ਬਹੁਰ ਨ ਲਾਗੈ ਡਾਰ। ਜਿਵੇਂ ਉਹ ਫਲ ਹੈ ਕਿਸੇ ਡਾਹਣੀ ਤੋਂ ਟੁੱਟ ਜਾਵੇ ਤਾਂ ਮੁੜ ਕੇ ਡਾਹਣੀ ਦੇ ਨਾਲ ਨਹੀਂ ਲੱਗਦਾ, ਕਿੰਨਾ ਵੀ ਯਤਨ ਕਰ ਲਈਏ। ਇਸ ਤਰ੍ਹਾਂ ਮਨੁੱਖਾ ਜਨਮ ਦਾ ਸਮਾਂ ਜੋ ਇੱਕ ਵਾਰ ਲੰਘ ਗਿਆ ਤਾਂ ਇਹ ਮੁੜ ਕੇ ਨਹੀਂ ਆਵੇਗਾ। ਇੱਥੇ ਗੁਰੂ ਸਾਹਿਬ ਕਹਿੰਦੇ ਦੁਰਲਭ ਦੇਹ ਸੀ ਤੇਰੀ ਇਹ ਸਰੀਰ, ਕਿਉਂਕਿ ਮਿਲਿਆ ਸੀ ਤੈਨੂੰ ਬਾਰੀ। ਖੋਈ ਅਗਿਆਨੀ, ਅਗਿਆਨ ਕਰਕੇ, ਗੁਰੂ ਦੇ ਗਿਆਨ ਤੋਂ ਬਿਨਾਂ ਇਹ ਖੋ ਲਈ, ਭਾਵ ਗਵਾਚ ਲਈ, ਕਿਉਂਕਿ ਸਮਾਂ ਲੰਘ ਗਿਆ ਜੋ ਮਿਲਿਆ ਸੀ। 60-70 ਸਾਲ ਜਿੰਨੇ ਵੀ ਸਵਾਸ ਮਿਲੇ ਸਨ। ਜੜ ਆਪਣੀ ਆਪ ਉਪਾੜੀ ਜਿਉ, ਪਰ ਰੱਬ ਤੋਂ ਟੁੱਟ ਕੇ ਸਾਖਤ ਮਨੁੱਖ ਨੇ ਆਪਣੀ ਜੜ ਆਪ ਹੀ ਪੱਟ ਲਈ। ਆਪਣੀ ਜੜ ਆਪ ਪੱਟ ਲਈ ਤੇ ਫਿਰ ਪਛਤਾਇਆ ਕਿਆ ਹੋ? ਫਿਰ ਪਛਤਾਇਆ ਕੁਝ ਨਹੀਂ ਹੁੰਦਾ। ਤੋ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਕਿ ਭਾਈ ਪਰਮਾਤਮਾ ਦੇ ਨਾਲ ਜੁੜ ਕੇ ਜੋ ਆਪਣਾ ਕੰਮ ਸੀ, ਮੂਲ ਸੀ, ਉਹ ਕੰਮ ਕਰ ਲੈ। ਪਰ ਸਾਖਤ ਮਨੁੱਖ ਦਾ ਇਹ ਸੁਭਾਅ ਹੈ ਕਿ ਉਹਨੂੰ ਚੰਗਾ ਨਹੀਂ ਲੱਗਦਾ ਸੱਚ। ਸਾਖਤ ਕੂੜੇ ਸੱਚ ਨਾ ਭਾਵੈ, ਉਹਨੂੰ ਸੱਚ ਚੰਗਾ ਹੀ ਨਹੀਂ ਲੱਗਦਾ। ਸਾਖਤ ਨੂੰ, ਉਹਨੂੰ ਕੂੜ ਚੰਗਾ ਲੱਗਦਾ ਹੈ, ਝੂਠ ਚੰਗਾ ਲੱਗਦਾ ਹੈ, ਝੂਠੇ ਕੰਮ ਕਰਦਾ ਹੈ। ਲਿਖਿਆ ਲੇਖ ਨਾ ਮਿਟੈ ਕੋਈ, ਗੁਰਮੁਖ ਮੁਕਤ ਕਰਾਵਣੇ। ਪਰ ਸਾਖਤ ਮਨੁੱਖ ਦੇ ਕੀ ਕਰ ਸਕਦਾ ਹੈ? ਕਿਉਂਕਿ ਪਰਮਾਤਮਾ ਤੋਂ ਇਹੋ ਜਿਹੇ ਲੇਖ ਹੀ ਉਸਦੇ ਐਸੇ ਨੇ, ਉਸਦੇ ਐਸੇ ਲੇਖ ਲਿਖੇ ਨੇ ਕਿ ਪਰਮਾਤਮਾ ਦੇ ਨੇੜੇ ਜਾ ਹੀ ਨਹੀਂ ਸਕਦਾ। ਕਿੰਨਾ ਵੀ ਯਤਨ ਕਰ ਲਏ ਪਰਮਾਤਮਾ ਦੇ ਨੇੜੇ, ਗੁਰੂ ਸਾਹਿਬ ਦੇ ਨੇੜੇ, ਬਾਣੀ ਦੇ ਨੇੜੇ, ਗੁਰਦੁਆਰੇ ਜਾ ਹੀ ਨਹੀਂ ਸਕਦਾ, ਕਿਉਂਕਿ ਲੇਖ ਐਸੇ ਨੇ ਪਰਮਾਤਮਾ ਵੱਲੋਂ ਲਿਖੇ। ਪਰ ਇਹ ਲੇਖ ਵੀ ਮਿਟ ਸਕਦੇ ਨੇ, ਗੁਰੂ ਸਾਹਿਬ ਕਹਿੰਦੇ। ਕਿਵੇਂ? ਗੁਰਮੁਖ ਮੁਕਤ ਕਰਾਵਣੇ ਆ। ਗੁਰਮੁਖ ਦਾ ਭਾਵ ਗੁਰੂ ਦਾ ਮੁਖ। ਗੁਰੂ ਦਾ ਮੁਖ ਕੀ ਹੈ? ਬਾਣੀ। ਗੁਰੂ ਦੇ ਮੁਖ ਚੋਂ ਨਿਕਲੀ ਹੋਈ ਬਾਣੀ ਦੇ ਨਾਲ ਜਦੋਂ ਜੁੜੇਗਾ, ਗੁਰੂ ਸਾਹਿਬ ਦੇ ਰਾਹੀਂ ਮੁਕਤ ਕਰਾਵਣੇ ਆ, ਉਹ ਮਨੁੱਖ ਵੀ ਮੁਕਤ ਹੋ ਸਕਦਾ ਹੈ ਜੋ ਟੁੱਟ ਗਿਆ ਹੈ, ਜਿਸ ਦਾ ਕੋਈ ਹੱਲ ਨਹੀਂ। ਪਰ ਉਹ ਜਦੋਂ ਗੁਰੂ ਦੀ ਬਾਣੀ ਦੇ ਨੇੜੇ ਜਾਵੇਗਾ ਤਾਂ ਗੁਰੂ ਜੀ ਇੰਨੇ ਸਮਰੱਥ ਨੇ ਕਿ ਉਹਨੂੰ ਵੀ ਪਰਮਾਤਮਾ ਦੇ ਨਾਲ ਜੋੜ ਸਕਦੇ ਨੇ। ਗੁਰਮੁਖ ਮੁਕਤ ਕਰਾਵਨਿਆ। ਪਰ ਜਿਨ ਕੋ ਪ੍ਰੀਤ ਨਾਹੀ ਹਰ ਸੇਤੀ, ਤੇ ਸਾਖਤ ਮੂੜ ਨਰ ਕਾਚੇ। ਇੱਥੇ ਵੀ ਗੁਰੂ ਸਾਹਿਬ ਜੀ ਸਾਖਤ ਦੀ ਗੱਲ ਕਰਦੇ ਨੇ ਕਿ ਉਹ ਮਨੁੱਖ ਭਾਈ ਸਾਖਤ ਹੈ ਜਿਹਨੂੰ ਪਰਮਾਤਮਾ ਦੇ ਨਾਲ, ਜਿਸ ਦੀ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਬਣੀ। ਜਿਨ ਕੋ ਪ੍ਰੀਤ ਨਾਹੀ ਹਰ ਸੇਤੀ, ਹਰੀ ਪਰਮਾਤਮਾ ਦੇ ਨਾਲ ਜਿਹਦੀ ਪ੍ਰੀਤੀ ਨਹੀਂ ਬਣੀ, ਤੇ ਸਾਖਤ ਨੂੰ ਮੂੜ ਨਰ ਕਾਚੇ, ਉਹ ਮਨੁੱਖ ਸਾਖਤ ਨੇ। ਇੱਥੇ ਪਰਿਭਾਸ਼ਾ ਦਿੱਤੀ ਹੈ ਸਾਖਤ ਦੀ ਕਿ ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ, ਉਹ ਮਨੁੱਖ ਸਾਖਤ ਹੈ। ਬੇਸ਼ੱਕ ਕਿੰਨੇ ਵੀ ਚੰਗੇ ਭਲੇ ਦੇ ਕੰਮ ਕਰਦਾ ਫਿਰੇ ਮਨੁੱਖ, ਕਿ ਮੈਂ ਸਮਾਜ ਸੇਵੀ ਹਾਂ, ਜਾਂ ਮੈਂ ਇਸ ਤਰ੍ਹਾਂ ਹਾਂ, ਆਹ ਚੰਗੇ ਕੰਮ ਕਰਦਾ, ਮੈਂ ਦਾਨ ਕਰਦਾ ਹਾਂ, ਪੁੰਨ ਕਰਦਾ ਹਾਂ, ਕਿੰਨੇ ਵੀ ਚੰਗੇ ਕੰਮ ਕਰ ਲਵੇ, ਪਰ ਜਿੰਨਾ ਚਿਰ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ। ਇੱਕ ਹੀ ਸਿਧਾਂਤ ਹੈ ਗੁਰਬਾਣੀ ਦੇ ਵਿੱਚ ਕਿ ਜਿੰਨਾ ਚਿਰ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਬਣੀ, ਉਹ ਸਾਖਤ ਹੈ। ਜਿਨ ਕੋ ਪ੍ਰੀਤ ਨਾਹੀ ਹਰ ਸੇਤੀ, ਹਰੀ ਦੇ ਨਾਲ ਪ੍ਰੀਤ ਨਹੀਂ, ਤੇ ਸਾਖਤ ਨੇ ਉਹ ਮਨੁੱਖ, ਭਾਵ ਉਹ ਮਾੜੇ ਮਨੁੱਖ ਨੇ, ਮੂਰਖ ਨੇ। ਉਹ ਕਿੰਨਾ ਵੀ ਬਣਿਆ ਫਿਰੇ, ਪੜ੍ਹਿਆ ਮੂਰਖ ਆਖੀਐ, ਜਿਤ ਲੱਭ ਲੋ ਅਹੰਕਾਰਾ, ਉਹ ਵੀ ਮੂਰਖ ਹੈ। ਨਰ ਕਾਚੇ, ਉਹ ਕੱਚੇ ਨੇ ਭਾਈ। ਜਿਸ ਤਰ੍ਹਾਂ ਕੱਚੀ ਚੀਜ਼ ਚੰਗੀ ਨਹੀਂ ਲੱਗਦੀ, ਇਸ ਤਰ੍ਹਾਂ ਉਹ ਮਨੁੱਖ ਵੀ
ਖੋਟੇ ਨੇ, ਕੱਚੇ ਨੇ, ਉਹ ਜਦੋਂ ਪ੍ਰਮਾਤਮਾ ਦੇ ਖਜ਼ਾਨੇ ਵਿੱਚ ਨਹੀਂ ਪੈ ਸਕਦੇ। ਖੋਟਿਆ ਦਰਗਾਹ ਸੱਟੀ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਭਾਈ ਖਜ਼ਾਨੇ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਤਿਨ ਕੋ ਜਨਮ ਮਰਨ ਅਤ ਭਾਰੀ, ਇੱਥੇ ਵੀ ਮਹਾਰਾਜ ਕਹਿੰਦੇ ਉਹਨਾਂ ਨੂੰ ਜੰਮਾਂ ਦਾ ਗੇੜਾ ਇੰਨਾ ਭਾਰਾ ਪਵੇਗਾ, ਅਤ ਭਾਰੀ ਕਿਹਾ ਤਾਂ ਮਹਾਰਾਜ ਨੇ। ਵਿੱਚ ਬਿਸ਼ਟਾਂ ਮਰ ਮਰ ਪਾਚੇ, ਇਹੋ ਜਿਹੀਆਂ ਜੂਨਾਂ ਦੇ ਵਿੱਚੋਂ ਭੁਗਤਣਾ ਪਵੇਗਾ ਜਿਵੇਂ ਬਿਸ਼ਟ ਨੇ। ਬਿਸ਼ਟ ਕੀ ਨੇ? ਜਿਵੇਂ ਕਿਸੇ ਗੰਦਗੀ ਦੇ ਵਿੱਚ ਕੀੜੇ ਹੁੰਦੇ ਨੇ, ਉਹਨੂੰ ਬਿਸ਼ਟ ਕਹਿੰਦੇ ਨੇ, ਜਾਂ ਗੰਦਗੀ ਦੇ ਵਿੱਚ ਕੋਈ ਵੀ ਛੋਟੇ ਛੋਟੇ ਜੀਵ ਹੁੰਦੇ ਨੇ ਜੋ, ਉਹਨਾਂ ਨੂੰ ਮਹਾਰਾਜ ਕਹਿੰਦੇ ਵਿੱਚ ਬਿਸ਼ਟਾਂ ਮਰ ਮਰ ਪਾਚੇ, ਮਰ ਮਰ ਕੇ ਪਚਦੇ ਰਹਿੰਦੇ ਨੇ। ਉਹ ਜਨਮ ਮਰਨ ਦਾ ਐਡਾ ਭੈੜਾ ਗੇੜ ਲੱਗਦਾ ਹੈ। ਅੱਤ ਭਾਰੀ ਕਹਿਤਾ ਮਹਾਰਾਜ ਨੇ, ਜਿਵੇਂ ਕਿਹਾ ਸੀ ਜਮ ਕਾ ਠੇਂਗਾ ਬੁਰਾ ਹੈ, ਜਮਾਂ ਦਾ ਜਮਦੂਤ ਦਾ ਠੇਂਗਾ ਬੁਰਾ ਹੈ, ਡੰਡਾ ਬੁਰਾ ਹੈ, ਉਹ ਸਹਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਜਨਮ ਮਰਨ ਅੱਤ ਭਾਰੀ, ਬਹੁਤ ਭਾਰੀ ਦੁੱਖ ਹੈ। ਮਹਾਰਾਜ ਸੱਚ ਲਿਖ ਰਹੇ ਨੇ, ਕਿਉਂਕਿ ਗੁਰਬਾਣੀ ਸੱਚੀ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਇਹ ਬਾਣੀ ਸੱਚੀ ਹੈ। ਤੇ ਗੁਰੂ ਤੋਂ ਬਿਨਾਂ ਹੋਰ ਜਿਹੜੀ ਆਪਾਂ ਵਿਚਾਰਧਾਰਾ ਤੇ ਚੱਲਦੇ ਹਾਂ ਉਹ ਕੱਚੀ ਬਾਣੀ ਹੈ, ਉਹ ਝੂਠੀ ਹੈ। ਪਰ ਜਿਹੜੀ ਗੁਰੂ ਦੀ ਬਾਣੀ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਬਾਣੀਆਂ ਦੀ ਸਰੋਮਣੀ ਬਾਣੀ ਹੈ, ਸੱਚੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਜੋ ਬਾਣੀ ਦੇ ਵਿੱਚ ਲਿਖ ਦਿੱਤਾ ਕਿ ਜਨਮ ਮਰਨ ਦਾ ਗੇੜ ਭਾਰੀ ਪਵੇਗਾ ਭਾਈ, ਉਹ ਸਹਿਆ ਨਹੀਂ ਇੱਥੋਂ ਜਾਣਾ। ਸੋ ਇੱਥੇ ਗੁਰੂ ਸਾਹਿਬ ਕਹਿੰਦੇ ਬਹੁਤ ਮਾੜੀ ਹਾਲਤ ਹੋਵੇਗੀ। ਇਸ ਕਰਕੇ ਭਾਈ ਆਪਾਂ ਨੂੰ ਪਰਮਾਤਮਾ ਦੇ ਨਾਲ ਜੁੜ ਜਾਣਾ ਚਾਹੀਦਾ ਹੈ। ਵਿਚਾਰ ਅੱਗੇ ਵੀ ਬਹੁਤ ਹੈ ਸਾਖਤ ਦੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਇਸ ਤਰ੍ਹਾਂ ਇਹ ਆਪਾਂ ਉਦੋਂ ਉਪਰਾਲਾ ਨਾਲ ਮਿਲ ਕੇ ਕਰ ਰਹੇ ਹਾਂ। ਆਪ ਜੀ ਵੀ ਅੱਗੇ ਇਹ ਗੁਰਬਾਣੀ ਦੇ ਵਿਚਾਰ ਨੂੰ ਵੀਡੀਓ ਦੇ ਰੂਪ ਦੇ ਵਿੱਚ ਅੱਗੇ ਸ਼ੇਅਰ ਕਰਨਾ ਜੀ, ਤਾਂ ਕਿ ਇਹ ਸੇਵਾ ਹੈ, ਤਾਂ ਕਿ ਕਿਸੇ ਵੀ ਮਨੁੱਖ ਨੂੰ ਗੁਰਬਾਣੀ ਦਾ ਗਿਆਨ ਹੈ, ਜੋ ਗੁਰਬਾਣੀ ਦੀ ਵਿਚਾਰ ਹੈ, ਉਸ ਬਾਰੇ ਪਤਾ ਲੱਗ ਸਕੇ। ਤੋਂ ਵੱਧ ਆਪਾਂ ਸਿੱਖੀ ਦੀ ਪ੍ਰਚਾਰ, ਗੁਰਬਾਣੀ ਦੇ ਪ੍ਰਚਾਰ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਜੀ। ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਤੇ ਫੇਸਬੁੱਕ ਪੇਜ ਨੂੰ ਲਾਈਕ ਕਰਕੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਸੰਗਤ ਤੇ ਗੁਰੂ ਸਾਹਿਬ ਜੀ ਬਖਸ਼ਣਯੋਗ ਨੇ, ਉਹ ਭੁੱਲਾਂ ਬਖਸ਼ਾ ਕੇ ਅੱਗੇ ਤੋਂ ਆਪਣੀ ਸੇਵਾ ਲੈਂਦੇ ਰਹਿਣ ਜੀ। ਸੋ ਸਾਰੀ ਸੰਗਤ ਨੇ ਫਤਿਹ ਬੁਲਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।